ਅੱਜ ਵਧੀਆ ਗੱਲ ਤਾਂ ਇਹ ਹੁੰਦੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਇੱਥੇ ਆਉਂਦਾ ਸਾਡੇ ਕੋਲ ਆ ਕੇ ਕਹਿੰਦਾ ਸਾਰੀਆਂ ਮੰਗਾਂ ਮੰਨੀਆਂ ਗਈਆਂ ਕਿਸਾਨਾਂ ਨੂੰ, ਦੱਸੋ ਜਿਹੜੀ ਕੋਈ ਤੁਹਾਨੂੰ ਹੋਰ ਚਾਹੀਦਾ ਉਹ ਦੇ ਦਿੰਦੇ ਆ। ਕਮਾਲ ਦੀ ਗੱਲ ਹੈ, ਇਹ ਗੱਲ ਕਿਹਨੇ ਕਹੀ ਹੈ? ਸਾਡੇ ਤਾਂ ਜੇ ਕਿਤੇ ਧਿਆਨ 'ਚ ਵੀ ਨਹੀਂ, ਅਸੀਂ ਤਾਂ ਕਿਤੇ ਸੋਚ ਵੀ ਨਹੀਂ ਸਕਦੇ ਤੇ ਅਸੀਂ ਆਪਣੀ ਇਸ ਗੱਲ ਦੇ ਉੱਤੋਂ ਜਿਹੜਾ ਉਹ ਪਿੱਛੇ ਹਟਾਂਗੇ। ਪੂਰੇ ਸੰਸਾਰ ਦੇ ਲੋਕ ਉਹਨਾਂ ਦੀ ਨਿਗਾਹ ਸਾਡੇ ਤੇ ਆ ਤੇ ਅਸੀਂ ਇਹ ਜਿਹੜੀ ਗੱਲ ਕੀਤੀ ਹੋਈ ਹੈ, ਅਸੀਂ ਇਹਨਾਂ ਤਰ੍ਹਾਂ ਨਹੀਂ ਗਿਰਗਟ ਤਰ੍ਹਾਂ ਰੰਗ ਨਹੀਂ ਬਦਲਦੇ, ਅੱਜ ਹੋਰ ਕੱਲ ਹੋਰ। एक बात तो आप जान लीजिए कि मोदी ने 6 साल में या 6 साल से पहले जो मुख्यमंत्री था, क्या कोई सच बोला है? झूठ के सिवाय उसके पास में कुछ है नहीं। और आरएसएस जो है झूठ की मशीन है। हमने तो जब से होश संभाला है और आरएसएस के झूठ का कोई जवाब नहीं है। मोदी जो है प्राइम मिनिस्टर किसका है? 2 आदमी का, 1% का। 2 आदमी कौन है? अदानी, अंबानी। वो हिंदुस्तान का प्राइम मिनिस्टर नहीं रहा। अगर वो हिंदुस्तान का प्राइम मिनिस्टर हो, शर्म आनी चाहिए, आगे देखना चाहिए कि यहाँ बच्चे बूढ़े, यानी जिसको हमारे हरियाणा में कहते हैं चूची बच्चा, चूची बच्चा यहाँ आया हुआ है, तो इससे बड़ी और बात क्या होगी? नहीं, एजेंडा तो इन्होंने आप दे बनाए हुए आ। असल च बुखलाहट हो गई उन्होंने, उन्होंने सीआईडी तंत्र फेल हो गया। जिन्ने रोस नाल लोग निकले ने, असी किसानों को सुचेत करन आए सी भी अपनी खेती ते टैक आ, पर करते करते लोगों भी सुचेत करता भी 30 रुपए वाला आटा 100 रुपए च मिलूगा जे कॉरपोरेट घराने च आया। तो इस करके वो बुखलाहट दे विच हुण अपनी उन्होंने जमीन खिसकदी, सियासत तौर पर जमीन खिसकदी दिखती है। ये गैर सियासी पार्टियां इकट्ठियां होईयां सी, सियासत तो तंग होए लोग इत्थे इकट्ठे आ गए, किसी सियासी बंदे दा वो दा पेच नहीं खेडण दे रहे। कल जिहड़ा परसों चिट्ठी कढ़ी ओपन जिहड़ी चिट्ठी लिखी तोमर जी ने, सब तो बड़ा सानूं गुस्सा लग्गिया। सानूं जदों कहा गया भी 62 ते 65 की जंग दे विच ਇਹ ਉਹ ਲੋਕ ਨੇ ਜਿਹੜੇ ਦੁਸ਼ਮਣ ਪਾਰਟੀਆਂ ਨਾਲ ਖੜੇ ਸੀ, ਦੁਸ਼ਮਣ ਦੇਸ਼ਾਂ ਨਾਲ ਖੜੇ ਸੀ। ਇਹਨਾਂ ਨੂੰ ਪੁੱਛੋ ਵੀ ਉੱਥੇ ਦੁਸ਼ਮਣ ਦੇਸ਼ਾਂ ਨਾਲ ਲੜ ਕੇ ਕੌਣ ਸ਼ਹੀਦ ਹੋਏ? ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਦੇ ਕਿਸਾਨਾਂ ਦੇ ਬੱਚੇ ਸੀ ਜਿਨ੍ਹਾਂ ਨੇ ਪਿੱਠਾਂ ਦੇ ਛਾਤੀ ਤੇ ਗੋਲੀ ਮਾਰੀ, ਇੱਕ ਵੀ ਗੋਲੀ ਕਿਤੇ ਪਿੱਠ ਤੋਂ ਨਹੀਂ ਨਿਕਲੀ ਤੇ ਉੱਥੇ ਸ਼ਹੀਦੀ ਪ੍ਰਾਪਤ ਕੀਤੀ ਆ। ਤੇ ਅੱਜ ਵੀ ਬਾਰਡਰ ਜਿਹੜੇ ਸੰਭਾਲਦੇ ਪਏ ਨੇ ਉਹ ਕਿਸਾਨਾਂ ਦੇ ਪੁੱਤ ਨੇ। ਮੈਂ ਸਾਡੇ ਜਿਹੜੇ ਨੌਜਵਾਨ ਲੀਡਰ ਨੇ ਗੁਰਮੀਤ ਤੋਂ ਵੀ ਸਾਰੇ ਖੜੇ ਨੇ, ਮਤਲਬ ਪੁਰਾਣਾ ਇਹਨੇ ਇਹ ਤੀਜੀ ਪੀੜ੍ਹੀ ਆ ਲੜਨ ਵਾਲੀ, ਜੇ ਆਪਾਂ ਗੱਲ ਕਰ ਲਓ ਵੀ ਇਹਨਾਂ ਨੂੰ ਬੇਨਤੀ ਕਰਦਾ, ਜੇ ਬੁੜੇ ਨੌ ਨਸੇ ਕਹਿਣ ਲੱਗੇ ਤਾਂ ਤੁਸੀਂ ਤਕੜੇ ਹੋ, ਤੁਸੀਂ ਕਹਿਣਾ ਹੈ ਜਦ ਅੰਗਰੇਜ਼ੀ ਬੋਲਣ ਜਾਣਦੇ ਹੋ। ਮੈਂ ਨਾਲ ਆ, ਦੇਖੋ ਮੈਂ ਤਾਂ ਨਹੀਂ ਮੰਨਣਾ ਮੁੰਨਾ, ਸਵਾਲ ਹੀ ਨਹੀਂ ਪੈਦਾ ਜਿੰਨਾ ਸਾਰੀਆਂ ਮੰਗਾਂ ਨਹੀਂ ਮੰਨਦੇ। ਪਰ ਜਿਹੜਾ ਇਸ ਤਰ੍ਹਾਂ ਦਾ ਉਹ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਨਾ, ਤਾਂ ਮੈਂ ਮੋਦੀ ਜੀ ਨੂੰ ਇੱਕੋ ਹੀ ਸਲਾਹ ਦਊਂਗਾ ਕਿ ਮੋਦੀ ਜੀ ਤੁਸੀਂ ਹੁਣ ਤੱਕ ਬਹੁਤ ਸਟੰਟਬਾਜ਼ੀਆਂ ਕਰ ਲਈਆਂ, ਲੜਕੇ ਭੇਜ ਲਏ, ਲੜਕੀਆਂ ਭੇਜ ਲਈਆਂ, ਤੁਸੀਂ ਉਹ ਜਿਹੜੀ ਗਲਤ ਭਾਵਨਾ ਸੀ ਤੁਹਾਡੀ, ਜਿਸ ਤਰ੍ਹਾਂ ਤੁਸੀਂ ਹਰਿਆਣੇ ਜਾਟ ਅੰਦੋਲਨ ਫੇਲ ਕਰਨ ਵਾਸਤੇ ਸਾਜ਼ਿਸ਼ਾਂ ਰਚੀਆਂ, ਤੁਹਾਡੀਆਂ ਸਾਰੀਆਂ ਏਜੰਸੀਆਂ ਫਿਰ ਇੱਥੋਂ ਦੇ ਨੌਜਵਾਨਾਂ ਨੇ, ਮੇਰੇ ਵਰਗੇ ਬੁੱਢਿਆਂ ਨੇ ਕਰਤੀਆਂ। ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਕਿਸਾਨਾਂ ਦੇ ਸੰਘਰਸ਼ ਦੀ ਗੱਲ ਕਰ ਲਈ, ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਤੇ ਨਵੇਂ ਸਵਾਲ ਇੱਥੇ ਖੜੇ ਹੁੰਦੇ ਨੇ ਕਿ ਕਿਸਾਨ ਆਗੂਆਂ ਦਾ ਪ੍ਰਤੀਕਰਮ ਕੀ ਹੈ, ਕਿਸਾਨ ਆਗੂਆਂ ਦੀ ਕੇਂਦਰ ਦੇ ਨਾਲ ਕਿਸ ਤਰੀਕੇ ਨਾਲ ਬੈਠਕ ਹੋਵੇਗੀ ਤੇ ਗੱਲਬਾਤ ਹੈ ਜੋ ਉਹ ਹੁਣ ਅੱਗੇ ਵਧੇਗੀ ਜਾਂ ਨਹੀਂ, ਤੇ ਜੇ ਵਧੇਗੀ ਤਾਂ ਕਿਸ ਤਰੀਕੇ ਨਾਲ ਤਿਆਰੀਆਂ ਕੀਤੀਆਂ ਗਈਆਂ। ਲਖਵਾਲ ਸਾਹਿਬ, ਤੁਹਾਡੇ ਤੋਂ ਪਹਿਲਾਂ ਲੜਨ ਦੇ ਪ੍ਰਤੀਕਰਮ ਗੱਲਬਾਤ ਹੋ ਰਹੀ ਹੈ ਕਿ ਯੈਸ ਔਰ ਨੋ ਤੋਂ ਹਿਲਦੇ ਨਜ਼ਰ ਆ ਰਹੇ ਨੇ ਕਿਸਾਨ। ਇਹ ਚਰਚਾ ਬੜੀ ਛਿੜ ਚੁੱਕੀ ਹੈ, ਸਪਸ਼ਟੀਕਰਨ ਕੀ ਹੈ, ਪੱਕੀ ਗੱਲਬਾਤ ਕੀ ਹੈ ਕਿ ਵਾਕਈ ਯੈਸ ਔਰ ਨੋ ਤੋਂ ਹਿਲ ਚੁੱਕੇ ਆ ਜਾਂ ਯੈਸ ਔਰ ਨੋ ਸਿਰਫ ਇੱਕ ਡਰਾਮਾ ਸੀ ਉਸ ਸਮੇਂ? ਨਹੀਂ, ਡਰਾਮੇ ਵਾਲੀ ਕੋਈ ਗੱਲ ਨਹੀਂ ਹੈਗੀ, ਪੱਕੇ ਖੜੇ ਆ, ਵਾਪਸ ਕਰਾਉਣ ਤੇ ਅਸੀਂ ਖੜੇ ਹੋਏ ਆ। ਜੋ ਚ ਕੋਈ ਸਾਨੂੰ ਪ੍ਰਪੋਜ਼ਲ ਆਉਂਦੀ ਆ, ਸਾਰੀਆਂ ਜਥੇਬੰਦੀਆਂ ਫੈਸਲਾ ਜੋ ਲੈਣਗੀਆਂ, ਉਸ ਤੋਂ ਬਾਅਦ ਅਗਲੀ ਰਣਨੀਤੀ ਅਸੀਂ 5 ਵਜੇ ਪੀਸੀ ਦੇ ਵਿੱਚ ਦਾ ਪ੍ਰਪੋਜ਼ਲ ਕਿਹਨੂੰ ਮੰਨਦੇ ਹੋ? ਵੱਡੀ ਗੱਲ ਤੇ ਵਾਪਸ ਲੈਣ ਦੀ ਪ੍ਰਪੋਜ਼ਲ ਮੰਨਦੇ ਆ ਅਸੀਂ ਤਾਂ। ਜਿਵੇਂ ਅੱਜ ਚਲੋ ਸ਼ਾਇਦ ਹੋ ਸਕਦਾ ਇਹਨਾਂ ਦਾ ਦਿਮਾਗ ਕੋ ਸੈੱਟ ਹੋ ਗਿਆ ਹੋਵੇ, PM ਜਿਵੇਂ ਅੱਜ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ, ਸ਼ਾਇਦ ਕਿਸੇ ਰੱਬ ਨੇ ਇਹਦੇ 'ਚ ਦਿਮਾਗ 'ਚ ਕੋਈ ਗੱਲ ਪਾਤੀ ਹੋਵੇ ਵੀ ਇਹ ਸਹੀ ਬੈਠੇ ਨੇ, ਤੂੰ ਕਿਉਂ ਧੱਕਾ ਇਹਨਾਂ ਨਾਲ ਕਰਦਾ, ਐਵੇਂ ਤੂੰ ਇਹਨਾਂ ਨੂੰ ਕਦੇ ਹੋਰ ਸਟੇਟਾਂ 'ਚ ਲੱਭਦਾ ਤੁਰਿਆ ਫਿਰਦਾ। ਕਿਸਾਨ ਤਾਂ ਤੇਰੇ ਦਰਾਂ 'ਚ ਬੈਠਾ 35 ਕਿਲੋਮੀਟਰ ਦੂਰ 2 ਲੱਖ ਕਿਸਾਨ ਬੈਠਾ, ਤੂੰ ਇਹਨਾਂ ਨੂੰ ਮਿਲ ਲਾ। ਅੱਜ ਵਧੀਆ ਗੱਲ ਤਾਂ ਇਹ ਹੁੰਦੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਇੱਥੇ ਆਉਂਦਾ ਸਾਡੇ ਕੋਲ ਆ ਕੇ ਕਹਿੰਦਾ ਸਾਰੀਆਂ ਮੰਗਾਂ ਮੰਨੀਆਂ ਗਈਆਂ ਕਿਸਾਨਾਂ ਨੂੰ, ਦੱਸੋ ਜਿਹੜੀ ਕੋਈ ਤੁਹਾਨੂੰ ਹੋਰ ਚਾਹੀਦਾ ਉਹ ਦੇ ਦਿੰਦੇ ਆ। ਮੰਗ ਇੱਕ ਹੈ, ਸਾਰੀਆਂ ਤਾਂ ਵੱਡੀ ਗੱਲ ਹੋ ਗਈ। ਮਾੜਾ ਅੱਗੇ ਹਟੋ ਸਰ ਜੀ, ਮੰਗ ਇੱਕ ਹੈ, ਉਹ ਕਹਿੰਦੇ ਸਾਰੀਆਂ ਮੰਗਾਂ
ਮੈਂ ਉਹ ਸਵਾਲ ਖੜਾ ਕਰ ਲਿਆ ਸੀ ਕਿ ਕੱਲ ਕਿੰਤੂ ਪਰੰਤੂ ਹੋਣਾ ਸ਼ੁਰੂ ਹੋ ਗਿਆ ਸੀ ਵੀ ਕਿਸਾਨ ਹੁਣ ਯੈਸ ਔਰ ਨੋ ਤੇ ਨਹੀਂ ਅੜੇ ਹੋਏ। ਇਹ ਵਾਕਈ ਹਿੱਲੇ ਸੀ ਕਿਸਾਨ ਜਾਂ ਕੋਈ ਨਵਾਂ ਭਰਮ ਪੈਦਾ ਕਰਤਾ ਸੀਗਾ? ਕਮਾਲ ਦੀ ਗੱਲ ਹੈ, ਇਹ ਗੱਲ ਕਿਹਨੇ ਕਹੀ ਹੈ? ਸਾਡੇ ਤਾਂ ਜੇ ਕਿਤੇ ਧਿਆਨ 'ਚ ਵੀ ਨਹੀਂ, ਅਸੀਂ ਤਾਂ ਕਿਤੇ ਸੋਚ ਵੀ ਨਹੀਂ ਸਕਦੇ ਤੇ ਅਸੀਂ ਆਪਣੀ ਇਸ ਗੱਲ ਦੇ ਉੱਤੋਂ ਜਿਹੜਾ ਉਹ ਪਿੱਛੇ ਹਟਾਂਗੇ। ਪੂਰੇ ਸੰਸਾਰ ਦੇ ਲੋਕ ਉਹਨਾਂ ਦੀ ਨਿਗਾਹ ਸਾਡੇ ਤੇ ਆ ਤੇ ਅਸੀਂ ਇਹ ਜਿਹੜੀ ਗੱਲ ਕੀਤੀ ਹੋਈ ਆ, ਅਸੀਂ ਇਹਨਾਂ ਤਰ੍ਹਾਂ ਨਹੀਂ ਗਿਰਗਟ ਤਰ੍ਹਾਂ ਰੰਗ ਨਹੀਂ ਬਦਲਦੇ, ਅੱਜ ਹੋਰ ਕੱਲ ਹੋਰ। ਪਰ ਅੱਜ ਦੀ ਮੈਂ ਗੱਲ ਕਰਾਂਗਾ, ਜਿਸ ਤਰ੍ਹਾਂ ਪਤਾ ਲੱਗਾ ਕਿ ਮੋਦੀ ਜੀ ਜਿਹੜੇ ਨੇ ਉਹ ਰਕਾਬਗੰਜ ਗੁਰਦੁਆਰਾ ਸਾਹਿਬ ਜਾ ਕੇ ਆਏ ਨੇ। ਮੈਂ ਮੋਦੀ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਹੈ, ਇਹ ਰਕਾਬਗੰਜ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ? ਜਿਸ ਗੁਰਦੁਆਰਾ ਸਾਹਿਬ ਤੁਸੀਂ ਨਤਮਸਤਕ ਹੋਣ ਗਏ, ਇਹ ਉਹ ਗੁਰਦੁਆਰਾ ਹੈ, ਉਹਨਾਂ ਦੀ ਯਾਦ 'ਚ ਬਣਿਆ ਹੈ। ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਦੋਂ ਜ਼ੁਲਮ ਦੇ ਖਿਲਾਫ ਸ਼ਹਾਦਤ ਦਿੱਤੀ ਔਰ ਉਹਨਾਂ ਦੇ ਸਰੀਰ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਇਸ ਜਗ੍ਹਾ ਤੇ ਲਿਆ ਕੇ ਆਪਣੇ ਘਰ 'ਚ ਲਿਆ ਕੇ ਤੇ ਉਹਨਾਂ ਨੇ ਉਹਨਾਂ ਦੇ ਸਰੀਰ ਦਾ ਸੰਸਕਾਰ ਕੀਤਾ ਸੀ ਤੇ ਉਹਨਾਂ ਦੀ ਯਾਦ ਵਿੱਚ ਇਹ ਬਣਿਆ ਗੁਰਦੁਆਰਾ। ਜੇ ਮੋਦੀ ਜੀ ਤੁਸੀਂ ਉੱਥੇ ਗਏ ਹੋ ਨਾ ਤੇ ਇਸ ਇਤਿਹਾਸ ਨੂੰ ਜੋੜੋ, ਉਹ ਵੇਖੋ ਕਿ ਉਸ ਟਾਈਮ ਤੇ ਜੇ ਜ਼ੁਲਮ ਹੋ ਰਿਹਾ ਸੀ, ਔਰੰਗਾ ਜ਼ੁਲਮ ਕਰ ਰਿਹਾ ਸੀ, ਉਹ ਕੀ ਕੁਛ ਕਰ ਰਿਹਾ ਸੀ ਤੇ ਦੂਸਰੇ ਪਾਸੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਆਪਾਂ ਵੇਖੀਏ, ਕੱਲ ਉਹਨਾਂ ਦਾ ਸ਼ਹੀਦੀ ਪੁਰਬ ਮਨਾਇਆ ਗਿਆ। ਨਾਵੇਂ ਪਹਿਲੇ ਪਾਤਸ਼ਾਹ ਜਨੇਊ ਦਾ ਵਿਰੋਧ ਕਰਦੇ ਨੇ, ਪਹਿਲੇ ਪਾਤਸ਼ਾਹ ਜਨੇਊ ਦਾ ਵਿਰੋਧ ਕਰਦੇ ਆ, ਨੌਵੀਂ ਜੋਤ ਜਨੇਊ ਦੇ ਹੱਕ 'ਚ ਆ ਕੇ ਖੜ ਗਈ ਤੇ ਇਸੇ ਕਰਕੇ ਉਹਨਾਂ ਸ਼ਹਾਦਤ ਦਿੱਤੀ। ਤੇ ਜੇ ਤੁਸੀਂ ਵਾਕਿਆ ਹੀ ਸੱਚੇ ਮਨੋਂ ਗੁਰਦੁਆਰੇ ਗਏ ਹੋ ਮੱਥਾ ਟੇਕਣ ਤੇ ਫਿਰ ਅਸਲ ਗੱਲ ਇਹ ਆ ਕਿ ਤੁਹਾਡਾ ਇੱਕ ਫਰਜ਼ ਬਣਦਾ ਹੈ ਕਿ ਆਹ ਜਿਹੜਾ ਪੋਹ ਦਾ ਮਹੀਨਾ ਇਹ ਸਾਡੇ ਵਾਸਤੇ ਬੜਾ ਇੱਕ ਅਹਿਮ ਹੈ, ਇੱਕ ਇਤਿਹਾਸਕ ਹੈ ਵੀ ਇਹਦੇ ਵਿੱਚ ਅਸੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਇੱਥੇ ਜਾ ਰਹੇ ਹਾਂ। ਤੇ ਤੁਸੀਂ ਅੱਜ ਇੱਕ ਐਲਾਨ ਕਰ ਦਿਓ ਕਿ ਇਹ ਜਿਹੜੇ ਲੋਕ ਇੱਥੇ ਬੈਠੇ ਨੇ, ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਘਰ 'ਚ ਜਾ ਕੇ ਆਇਆ, ਮੈਂ ਨਮਸਕਾਰ ਕਿਹਾ ਤੇ ਮੈਂ ਇਹਨਾਂ ਦਾ ਦੁੱਖ ਸਹਾਰ ਨਹੀਂ ਸਕਦਾ ਤੇ ਇਸ ਕਰਕੇ ਉਹ ਤਾਂ ਅੜੇ ਹੋਏ ਨੇ, ਮੰਨ ਲਵੇ ਵੀ ਅੜੇ ਹੋਏ ਨੇ, ਅੜੇ ਨਹੀਂ ਅਸੀਂ, ਪਰ ਉਹ ਕਹਿ ਦੇਵੇ ਕਿ ਕਿਸਾਨ ਤਾਂ ਨਹੀਂ ਮੇਰੀ ਮੰਨੀ, ਮੈਂ ਕਿਸਾਨਾਂ ਦੀ ਮੰਗ ਮੰਨ ਲਈ ਤੇ ਇਹਨਾਂ ਦੀਆਂ ਮੰਗਾਂ ਸਾਰੀਆਂ ਪ੍ਰਵਾਨ ਕਰਕੇ ਤੇ ਮੈਂ ਇਹਨਾਂ ਨੂੰ ਅਪੀਲ ਕਰਦਾ ਕਿ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਜੋੜ ਮੇਲਾ ਇਹ ਉੱਥੇ ਜਾ ਕੇ ਦਰਸ਼ਨ ਕਰਨ ਤੇ ਸੜਕਾਂ ਖਾਲੀ ਕਰਨ, ਫਿਰ ਤੇ ਉਹਦੇ ਮੱਥਾ ਟੇਕਣ ਦਾ ਜਿਹੜਾ ਉਹ ਫਾਇਦਾ ਅਸੀਂ ਵੀ ਸਮਝਾਂਗੇ ਵੀ ਉਹ ਵਾਕਿਆ ਹੀ ਸੱਚੇ ਮਨੋਂ ਗਿਆ ਤੇ ਨਹੀਂ ਤੇ ਡਰਾਮਾ ਹੈ। ਸਰ ਜੀ ਇੱਥੇ ਰਿਓ ਜਾਇਓ ਨਾ, ਇਹ ਗੱਲਬਾਤ ਆਪਾਂ ਲੰਮੀ ਕਰਨੀ ਆ, ਮੌਲਾ ਸਾਹਿਬ ਨਾਲ ਗੱਲ ਕਰ ਲੈਂਦੇ ਆ। ਅੱਛਾ ਸੌਰੀ ਪ੍ਰੇਮ ਸਿੰਘ ਜੀ, ਸੌਰੀ ਥੋੜਾ ਜਿਹਾ ਮਾਨਦਰਾ ਰੋਹ ਦਾ ਮਿਲ ਜਾਂਦਾ ਤਾਂ ਕਰਕੇ ਮੈਂ ਗੱਲ ਕਰ, ਇਹਨਾਂ ਨੇ ਗੱਲ ਕੀਤੀ ਕਿ ਹੋ ਸਕਦਾ ਹੈ ਅੱਜ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਏ ਨੇ, ਹੋ ਸਕਦਾ ਹੈ ਉਹਨਾਂ ਦੇ ਕੋਈ ਸਮੱਤ ਬੁੱਧੀ ਉਹਨਾਂ ਨੂੰ ਮਿਲ ਗਈ ਹੋਵੇ। ਤੁਸੀਂ ਕੀ ਮੰਨਦੇ ਹੋ ਵੀ ਉੱਥੇ ਸਮੱਤ ਬੁੱਧੀ ਮਿਲੀ ਹੋਊਗੀ ਜਾਂ ਉਹ ਜਿਹੜਾ ਵਾਰ-ਵਾਰ ਕਹਿੰਦੇ ਨੇ ਕਿ ਇੱਕ ਸੂਬੇ ਤੱਕ ਸੀਮਤ ਹੈ ਜਾਂ ਇੱਕ ਕੌਮ ਦੇ ਲੋਕ ਬੈਠੇ ਨੇ ਉਹਨਾਂ ਨੂੰ ਖੁਸ਼ ਕਰਨ ਲਈ ਗਏ ਨੇ? एक बात तो आप जान लीजिए कि मोदी ने 6 साल में या 6 साल से पहले जो मुख्यमंत्री था, क्या कोई सच बोला है? झूठ के सिवाय उसके पास में कुछ है नहीं। और आरएसएस जो है झूठ की मशीन है। हमने तो जब से होश संभाला है और आरएसएस के झूठ का कोई जवाब नहीं है। ऐसी झूठ बना देते हैं कि मतलब सच भी जो है झूठ में बदल देते हैं वो। और मोदी जी को यहाँ देखना चाहिए कि एक सूबे का है या पूरे देश का है। ये पूरे देश का किसान तो है ही, लेकिन पूरे देश के आम जनता, किसान, मजदूर, व्यापारी, जज, वकील, तमाम लोग इस आंदोलन में खड़े हैं। और मैं तो ये कहता हूँ 99% लोग खड़े हैं। हिंदुस्तान हमारे साथ है, ये है हिंदुस्तान। और मोदी जो है प्राइम मिनिस्टर किसका है? 2 आदमी का, 1% का। 2 आदमी कौन है? अदानी, अंबानी। वो हिंदुस्तान का प्राइम मिनिस्टर नहीं रहा। अब अगर वो हिंदुस्तान का प्राइम मिनिस्टर हो, शर्म आनी चाहिए, आके देखना चाहिए कि यहाँ बच्चे, बूढ़े, यानी जिसको हमारे हरियाणा में कहते हैं चूची बच्चा, चूची बच्चा यहाँ आया हुआ है। तो इससे बड़ी और बात क्या होगी? मैं आपके माध्यम से गोदी मीडिया को भी कहना चाहता हूँ, आइए हिंदुस्तान में मिलिए, हिंदुस्तान से बाहर मत जाइए। और मोदी का हिंदुस्तान तो कहीं और ही होगा।
यहाँ हिंदुस्तान उसका नहीं। ਕਹਿੰਦੇ ਮੋਦੀ ਦਾ ਹਿੰਦੁਸਤਾਨ ਕਿਤੇ ਹੋਰ ਹੋਵੇਗਾ, ਪਰ ਜਦੋਂ ਇੱਥੇ ਲੋਕ ਆਏ ਤਾਂ ਉਹਨਾਂ ਨੇ ਕਹਿਤਾ ਵੀ ਇਹ ਤਾਂ ਚੀਨ ਤੋਂ ਪਾਕਿਸਤਾਨ ਤੋਂ ਲੋਕ ਆਏ ਨੇ ਜਾਂ ਇੱਕ ਵੱਖਰੇ ਦੇਸ਼ ਦੀ ਮੰਗ ਕਰਨ ਵਾਲੇ ਲੋਕ ਆਏ ਨੇ। ਸੋ ਇਹ ਏਜੰਡਾ ਕਿਤੇ ਲੈ ਕੇ ਚੱਲੇ ਸੀਗੇ? ਨਹੀਂ, ਏਜੰਡਾ ਤਾਂ ਇਹਨਾਂ ਦੇ ਆਪ ਦੇ ਬਣਾਏ ਹੋਏ ਆ। ਅਸਲ 'ਚ ਬੁਖਲਾਹਟ ਹੋ ਗਈ ਉਹਨਾਂ ਨੂੰ, ਉਹਨਾਂ ਦੀ ਸੀਆਈਡੀ ਤੰਤਰ ਫੇਲ ਹੋ ਗਿਆ। ਜਿੰਨੇ ਰੋਸ ਨਾਲ ਲੋਕ ਨਿਕਲੇ ਨੇ, ਅਸੀਂ ਕਿਸਾਨਾਂ ਨੂੰ ਸੁਚੇਤ ਕਰਨ ਆਏ ਸੀ ਵੀ ਆਪਣੀ ਖੇਤੀ ਤੇ ਅਟੈਕ ਆ, ਪਰ ਕਰਦੇ ਕਰਦੇ ਲੋਕਾਂ ਨੂੰ ਵੀ ਸੁਚੇਤ ਕਰਤਾ ਵੀ 30 ਰੁਪਏ ਵਾਲਾ ਆਟਾ 100 ਰੁਪਏ 'ਚ ਮਿਲੂਗਾ ਜੇ ਕਾਰਪੋਰੇਟ ਘਰਾਣੇ 'ਚ ਆਇਆ। ਤਾਂ ਇਸ ਕਰਕੇ ਉਹ ਬੁਖਲਾਹਟ ਦੇ ਵਿੱਚ ਹੁਣ ਆਪਣੀ ਉਹਨਾਂ ਨੂੰ ਜ਼ਮੀਨ ਖਿਸਕਦੀ, ਸਿਆਸਤ ਤੌਰ ਤੇ ਜ਼ਮੀਨ ਖਿਸਕਦੀ ਦਿਖਦੀ ਆ। ਇਹ ਗੈਰ ਸਿਆਸੀ ਪਾਰਟੀਆਂ ਇਕੱਠੀਆਂ ਹੋਈਆਂ ਸੀ, ਸਿਆਸਤ ਤੋਂ ਤੰਗ ਹੋਏ ਲੋਕ ਇੱਥੇ ਇਕੱਠੇ ਆ ਗਏ। ਕਿਸੇ ਸਿਆਸੀ ਬੰਦੇ ਦਾ ਉਹ ਦਾ ਪੇਚ ਨਹੀਂ ਖੇਡਣ ਦੇ ਰਹੇ, ਅਲੱਗ-ਅਲੱਗ ਤਰੀਕੇ ਦਾ ਦਾ ਪੇਚ ਖੇਡਿਆ ਜਾ ਰਿਹਾ। ਰੋਜ਼ ਸਾਨੂੰ ਇੱਕ ਨਵਾਂ ਵਰਡ ਮਿਲਦਾ ਜਿਹੜਾ ਸਾਨੂੰ ਵੀ ਕਦੀ ਡਿਕਸ਼ਨਰੀ 'ਚ ਨਹੀਂ ਸੀ, ਵੀ ਜਿਹੜਾ ਸਾਨੂੰ ਕਿਹਾ ਜਾ ਰਿਹਾ। ਹਾਂ, ਕਿਸਾਨ ਆਏ ਆ, ਇਹ ਕਿਸਾਨ ਹੀ ਮੰਨਣ ਤੋਂ ਤਿਆਰ ਹੀ ਨਹੀਂ ਹੈ। ਇਹ ਆਪ ਦੀ ਧਰਤੀ ਦੇ ਕਿਸਾਨਾਂ ਨੂੰ ਨਹੀਂ ਪਛਾਣ ਰਹੇ ਤਾਂ ਪ੍ਰਾਈਮ ਮਿਨਿਸਟਰ ਕਿਹਾ ਜਾਊ ਜਿਹੜੇ ਕਿਸਾਨਾਂ ਨੂੰ ਨਹੀਂ ਪਛਾਣਦਾ ਪਿਆ, ਜਿਹੜੇ ਹਲ ਵਾਹੁੰਦੇ ਨੇ, ਫਸਲ ਲਗਾਉਂਦੇ ਨੇ, ਮੰਡੀਆਂ 'ਚ ਵੇਚਦੇ ਆ, ਸਾਡੇ ਜੇ ਫਾਰਮ ਬਣਦੇ ਆ, ਸਾਡੇ ਚੈੱਕ ਕਰ ਲੈਣ ਵੀ ਇਹ ਕਿਸਾਨ ਆਇਆ ਤਾਂ ਕੌਣ ਆਇਆ, ਕਿ ਪਾਕਿਸਤਾਨ ਆਇਆ ਤੇ ਚਾਈਨਾ ਤੋਂ ਆਏ ਆ। ਕੱਲ ਜਿਹੜਾ ਪਰਸੋਂ ਚਿੱਠੀ ਕੱਢੀ ਓਪਨ, ਜਿਹੜੀ ਚਿੱਠੀ ਲਿਖੀ ਤੋਮਰ ਜੀ ਨੇ, ਸਭ ਤੋਂ ਵੱਡਾ ਸਾਨੂੰ ਗੁੱਸਾ ਲੱਗਿਆ। ਸਾਨੂੰ ਜਦੋਂ ਕਿਹਾ ਗਿਆ ਵੀ 62 ਤੇ 65 ਦੀ ਜੰਗ ਦੇ ਵਿੱਚ ਇਹ ਉਹ ਲੋਕ ਨੇ ਜਿਹੜੇ ਦੁਸ਼ਮਣ ਪਾਰਟੀਆਂ ਨਾਲ ਖੜੇ ਸੀ, ਦੁਸ਼ਮਣ ਦੇਸ਼ਾਂ ਨਾਲ ਖੜੇ ਸੀ। ਇਹਨਾਂ ਨੂੰ ਪੁੱਛੋ ਵੀ ਉੱਥੇ ਦੁਸ਼ਮਣ ਦੇਸ਼ਾਂ ਨਾਲ ਲੜ ਕੇ ਕੌਣ ਸ਼ਹੀਦ ਹੋਏ। ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਦੇ ਕਿਸਾਨਾਂ ਦੇ ਬੱਚੇ ਸੀ ਜਿਨ੍ਹਾਂ ਨੇ ਪਿੱਠਾਂ ਦੇ ਛਾਤੀ ਤੇ ਗੋਲੀ ਮਾਰੀ, ਇੱਕ ਵੀ ਗੋਲੀ ਕਿਤੇ ਪਿੱਠ ਤੋਂ ਨਹੀਂ ਨਿਕਲੀ ਤੇ ਉੱਥੇ ਸ਼ਹੀਦੀ ਪ੍ਰਾਪਤ ਕੀਤੀ ਆ। ਤੇ ਅੱਜ ਵੀ ਬਾਰਡਰ ਜਿਹੜੇ ਸੰਭਾਲਦੇ ਪਏ ਨੇ ਉਹ ਕਿਸਾਨਾਂ ਦੇ ਪੁੱਤ ਨੇ। ਇਹਨਾਂ ਨੂੰ ਇਹੋ ਜਿਹੇ ਅੱਖਰ ਕਹਿੰਦਾ ਕੌਣ ਆ? ਮੈਂ ਤਾਂ ਹੈਰਾਨ ਆ। ਮੈਨੂੰ ਤਾਂ ਮੈਂ ਤਾਂ ਸੁਣਿਆ ਸੀ ਇਹਨਾਂ ਦੇ ਨਾਲ ਜਿਹੜੇ ਆਸੇ-ਪਾਸੇ ਹੁੰਦੇ ਆ ਵੀ ਆਈਐਸ ਅਫਸਰ ਹੁੰਦੇ ਆ, ਬੜੇ ਪੜ੍ਹੇ ਲਿਖੇ ਹੁੰਦੇ ਆ, ਵੀ ਬੜਾ ਐਗਜ਼ਾਮ ਬੜਾ ਪਾੜ ਹੋਣਾ। ਇਹੋ ਜਿਹਾ ਬਿਆਨ ਦੇਣ ਵਾਲੇ ਕੌਣ ਦੱਸ ਰਿਹਾ ਵੀ ਇਹ 62 ਦੇ ਜੰਗ ਦੇ ਉਲਟ ਵਾਲੇ ਬੰਦੇ ਨੇ? ਇਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਥੋੜੇ ਜਿਹੇ ਨੇੜੇ ਦੇ ਸਲਾਹਕਾਰ ਚੇਂਜ ਕਰ ਲੈਣ, ਨਹੀਂ ਤਾਂ ਜਿਹੜੀ ਧਰਤੀ ਇਹਨਾਂ ਦੀ ਖਿਸਕਦੀ ਜਾ ਰਹੀ ਹੈ ਜਮਾ ਹੀ ਗਰਕ ਹੋ ਜਾਣਗੇ। ਇੱਥੇ ਰਿਓ, ਪਹਿਲਾਂ ਬਜ਼ੁਰਗ ਨੇ ਰੁਲਦੂ ਜੀ, ਉਹਨਾਂ ਨਾਲ ਗੱਲ ਕਰ ਲਈਏ। ਰੁਲਦੂ ਜੀ, ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਕਿ ਅਸੀਂ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਜੋ ਕਿਸਾਨਾਂ ਦੀਆਂ ਮੰਗਾਂ ਸਾਰੀਆਂ ਮੰਨਣ ਨੂੰ ਤਿਆਰ ਆ, ਸਿਰ ਨਵਾ ਕੇ। ਕਿਵੇਂ ਦੇਖਦੇ ਹੋ ਇਸ ਬਿਆਨ ਨੂੰ? ਹੁਣ ਮੇਰਾ ਖਿਆਲ ਹੱਥ ਜੋੜਨ ਦੀ ਤਾਂ ਲੋੜ ਹੀ ਨਹੀਂ, ਕੋਈ ਹੱਥ ਜੋੜਨ ਦੀ ਅਸੀਂ ਕਿਹਾ ਵੀ ਕਦੇ ਪ੍ਰਧਾਨ ਮੰਤਰੀ ਸਾਨੂੰ ਹੱਥ ਜੋੜੇ। ਅਸੀਂ ਤਾਂ ਕਹਿੰਦੇ ਮੰਗਾਂ ਮੰਨੇ, ਮੰਗਾਂ ਮੰਨਣੀਆਂ ਚਾਹੀਦੀਆਂ ਨੇਗੀਆਂ। ਉਹ ਕਦੇ ਗੁਰਦੁਆਰੇ ਮੱਥਾ ਟੇਕਦਾ ਫਿਰਦਾ, ਕਦੇ ਕੁਛ ਕਰਦਾ ਫਿਰਦਾ, ਬਹਾਨੇ ਲਾਉਂਦਾ ਬੰਦਾ ਵੀ ਸਿੱਖਾਂ ਨੂੰ ਕਹਿੰਦੇ ਮੈਂ ਠੰਡੇ ਕਰ ਲੂੰਗਾ। ਜਿਹੜੇ ਕਿਸਾਨ ਆਗੂ ਸਿੱਖ ਨੇਗੇ ਬਿਲਕੁਲ ਉਹਨਾਂ ਨੂੰ ਸਾਡੀਆਂ ਮੰਗਾਂ ਮੰਨਿਆ, ਕੋਈ ਹੱਥ ਜੋੜਨ ਦੀ ਲੋੜ ਨਹੀਂ। ਉਹ ਮੇਰਾ ਖਿਆਲ ਮੀਟਿੰਗ ਹੀ ਕਰ ਰਹੇ ਸਾਡੇ, ਉਹ ਸਾਡੇ ਨਾਲ ਤਾਂ ਮੀਟਿੰਗ ਕੀ ਕਰੂ, ਕੀ ਹੱਥ ਜੋੜੂ? ਤੁਹਾਡੇ ਪ੍ਰੈਸ ਨਾਲ ਨਹੀਂ ਕਰਦਾ, ਕਦੇ ਪ੍ਰੈਸ ਕਾਨਫਰੰਸ ਕਰੀ ਅੱਜ ਜਿੱਦਾਂ ਦਾ ਪ੍ਰਧਾਨ ਮੰਤਰੀ ਬਣਿਆ, ਜਿਹੜੀ ਉਹ ਆਪਦੀ ਮੋਦੀ ਮੀਡੀਆ ਮੇਰੇ ਖਿਆਲ ਉਹਦੇ ਨਾਲ ਕਰਦਾ ਹੋਊਗਾ, ਉਹਦੇ ਮੂਹਰੇ ਬੋਲ ਨਹੀਂ ਸਕਦੇ। ਉਹ ਸਾਡੇ ਨਾਲ ਫਿਰ ਕੀ ਕਰੂਗਾ? ਜੋ ਹਮੇਸ਼ਾ ਵਾਸਤੇ ਕਲਮ ਤਲਵਾਰ ਨਾਲ ਤਿੱਖੀ ਹੁੰਦੀ ਹੈ। ਜਿਹੜਾ ਬੰਦਾ ਪ੍ਰੈਸ ਨੂੰ ਜਗ੍ਹਾ ਨਹੀਂ ਦਿੰਦਾ, ਇਦੋਂ ਮਾੜੀ ਗੱਲ। ਉਹਦੇ ਸ਼ਾਹ ਨੇ ਵੀ ਕਿਹਾ ਵੀ ਮੈਂ ਤਾਂ ਮੀਟਿੰਗ ਕਰੂੰਗਾ, ਪ੍ਰੈਸ ਨੂੰ ਨਾ ਦੱਸੋ। ਹਾਂ, ਉਹਦੇ ਮੇਰੇ ਤਾਂ ਹੀ ਘੁੰਮਣ ਘੇਰੀਆਂ ਪਾਈਆਂ, ਤਾਂ ਹੀ ਤੁਸੀਂ ਨਾਰਾਜ਼ ਹੋਏ। ਸਾਡੀ ਮੀਟਿੰਗ ਏਜੰਡਾ ਆਇਆ, ਸਾਥੀਆਂ ਨੇ ਰੱਖੀ ਵੀ ਉਹ ਐਂ ਕਹਿੰਦਾ। ਮੈਂ ਕਿਹਾ ਬਿਲਕੁਲ ਨਹੀਂ, ਅੱਜ ਮੇਰੀ ਚੇਅਰਮੈਨ ਨਹੀਂ ਹੈ, ਬਰਾਬਰ ਸਾਰੇ ਸਰਬਸੰਮਤੀ ਹੋਈ। ਬਾਗ ਅਜੇ ਇੱਥੇ ਦੱਸ ਕੇ ਗਏ, ਫਿਰ ਰਾਤ ਨੂੰ ਘੁਮਾਈ ਗਏ। ਤੁਹਾਨੂੰ ਪਤਾ ਹੀ ਹੈ, ਸੋਤੀ ਚੋਰੀ ਨਾਰਾਜ਼ ਹੋਏ। ਲੱਸੀ ਨੂੰ ਜਾਣਾ ਬੰਨ ਨਹੀਂ ਲੁਕਾਉਣਾ, ਆਪਣੀ ਪੰਜਾਬੀਆਂ ਦੀ ਕਹਾਵਤ ਨਹੀਂ ਇਹੀ ਹੈ। ਅੱਛਾ, ਕਿਵੇਂ ਦੇਖਦੇ ਹੋ? ਪਰ ਹੁਣ ਯੈਸ ਔਰ ਨੋ ਦੀ ਗੱਲ ਹੈ, ਪਰ ਗੱਲਬਾਤ ਅੱਗੇ ਤੋਰਨੀ ਪਊਗੀ। ਲੱਗਦਾ ਹੈ ਕੋਈ ਚੰਗਾ ਸੰਕੇਤ ਕਿਸੇ ਪਾਸਿਓਂ ਆ ਰਿਹਾ? ਮੈਂ ਸਾਡੇ ਜਿਹੜੇ ਨੌਜਵਾਨ ਲੀਡਰ ਨੇ, ਗੁਰਮੀਤ ਤੋਂ ਸਾਰੇ ਖੜੇ ਨੇ, ਮਤਲਬ ਪੁਰਾਣਾ ਇਹਨੇ ਇਹ ਤੀਜੀ ਪੀੜ੍ਹੀ ਆ ਲੜਨ ਵਾਲੀ। ਜੇ ਆਪਾਂ ਗੱਲ ਕਰ ਲਓ ਵੀ ਇਹਨਾਂ ਨੂੰ ਬੇਨਤੀ ਕਰਦਾ, ਜੇ ਬੁੜੇ ਨੌ ਨਸਦੇ ਕਹਿਣ ਲੱਗੇ ਤੁਸੀਂ ਤਕੜੇ ਹੋ, ਤੁਸੀਂ ਕਹਿਣਾ ਜਦ ਅੰਗਰੇਜ਼ੀ ਬੋਲਣ ਜਾਣਦੇ ਹੋ, ਮੈਂ ਨਾਲ ਆ। ਦੇਖੋ ਮੈਂ ਤਾਂ ਨਹੀਂ ਮੰਨਣਾ ਮੁੰਨਾ, ਸਵਾਲ ਹੀ ਨਹੀਂ ਪੈਦਾ ਜਿੰਨਾ ਸਾਰੀਆਂ ਮੰਗਾਂ ਨਹੀਂ ਮੰਨਦੇ। ਨਹੀਂ ਮੰਨਣਾ ਨਾ ਹਾਂ ਕਹਿ ਦੋ, ਮੈਂ ਅੰਗਰੇਜ਼ੀ ਘੱਟ ਜਾਣਦਾ। ਠੀਕ ਹੈ, ਹਾਂ ਨਾ ਤਾਂ ਨਹੀਂ ਮੰਨਣਾ। ਹਰਮੀਤ ਜੀ, ਇਹ ਤੁਹਾਡੇ ਲਈ ਸਵਾਲ ਆ। ਕਹਿੰਦੇ ਵੀ ਇਹ ਤੀਜੀ ਪੀੜ੍ਹੀ ਸਾਡੇ ਨਾਲ ਖੜੀ ਹੈ, ਵੀ ਮੈਂ ਤਾਂ ਨਹੀਂ ਮੰਨਦਾ, ਮੈਂ ਤਾਂ ਹਾਂ ਨਾ ਤੇ ਅੜਿਆ ਹੋਇਆ। ਹਾਂ ਨਾ ਹੀ ਕਰਨੀ ਆ ਮੈਂ ਤਾਂ। ਸਾਡਾ ਜਿਹੜਾ ਸੁਮੇਲ ਹੋਇਆ ਜੀ, ਇਹ ਜਦੋਂ ਦਾ ਬਜ਼ੁਰਗ ਖੜੇ ਨੇ ਇਹਨਾਂ ਦੇ ਦਿਸ਼ਾ ਨਾਲ ਚੱਲਦੇ ਪਏ ਆ। ਇਹਨਾਂ ਨੇ ਕਿਹਾ ਜੋਸ਼ ਤੁਹਾਡਾ ਤੇ ਹੋਸ਼ ਇਹਨਾਂ ਦਾ, ਜਿਹੜਾ ਫੈਸਲਾ ਇਹ ਕਰਨਗੇ ਉਹੀ ਮੰਨਿਆ ਜਾਣਾ ਜੀ। ਅਸੀਂ ਤਾਂ ਸਿਰਫ ਬੈਰੀਕੇਡ ਭੰਨਣ ਵਾਲੇ ਸੀ ਤੇ ਸਰਕਾਰ ਨੂੰ ਸਿੱਟਣ ਵਾਲੇ ਇਹੀ ਨੇ। ਅੱਜ ਤੱਕ ਸਿੱਟਦੇ ਰਹੇ ਨੇ, ਹਰ ਐਜੀਟੇਸ਼ਨ ਸਿੱਟਦੇ ਰਹੇ ਤੇ ਹੁਣ ਵੀ ਸਿੱਟਣਗੇ। ਸਾਨੂੰ ਪੂਰਨ ਵਿਸ਼ਵਾਸ ਹੈ ਇਹਨਾਂ ਤੇ, ਵਿਸ਼ਵਾਸ ਹੈ। ਤੇ ਇਸ ਵਕਤ ਜੇ ਜਰਨੈਲਾਂ ਦੀ ਗੱਲ ਕਰ ਲਈਏ ਤਾਂ ਜਰਨੈਲਾਂ ਦੀ ਗਿਣਤੀ ਬਹੁਤ ਵੱਡੀ ਹੈ, ਤਾਂ ਸਾਰਿਆਂ ਨੂੰ ਵਿਸ਼ਵਾਸ ਸਰਸਾ ਜੀ ਇਸ ਗੱਲ ਤੁਹਾਡੇ ਤੇ ਵੀ ਬਹੁਤ ਵੱਡਾ ਵਿਸ਼ਵਾਸ ਸਾਰਿਆਂ ਨੇ ਕੀਤਾ ਹੋਇਆ। ਪਰ ਸਵਾਲ ਇਹ ਵੀ ਉੱਠਦੇ ਨੇ ਕਿ ਕਿਤੇ ਨਾ ਕਿਤੇ ਡਰ ਬਹੁਤ ਮਨਾਂ ਦੇ ਵਿੱਚ ਹੈ। ਚਾਹੇ ਇੱਥੋਂ ਕੋਈ ਗੱਲਾਂ ਨਿਕਲਦੀਆਂ ਹੋਣ, ਚਾਹੇ ਇੱਥੋਂ ਕੋਈ ਸਵਾਲ ਉੱਠਦੇ ਹੋਣ, ਉਹ ਮਨ ਜੋ ਸ਼ੰਕਾ ਉੱਠਦੀ ਹੈ ਉਹ ਦੂਰ ਕਰਨੀ ਜ਼ਰੂਰੀ ਹੈ। ਮੈਂ ਇੱਕ ਬੇਨਤੀ ਕਰਾਂਗਾ ਕਿ ਜਿਹੜੇ ਵੀ ਲੋਕ ਸਾਡੇ ਤੇ ਕੋਈ ਸ਼ੰਕਾ ਕਰਦੇ ਨੇ ਨਾ, ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਆਪੇ ਸ਼ੰਕਾ ਦੂਰ ਕਰ ਦਿਓ। ਇਸ ਟਾਈਮ ਤੇ ਆਉਣ ਵਾਲਾ ਸਮਾਂ, ਜਿਹੜੀ ਇੱਕ ਗੱਲ ਤੁਸੀਂ ਪਹਿਲਾਂ ਕੀਤੀ ਸੀ ਕਿ ਉਹ ਮੱਥਾ ਟੇਕਣ ਗਿਆ,
ਉਹਨੇ ਇੱਕ ਮੱਥਾ ਟੇਕ ਕੇ ਇੱਥੇ ਨਾ ਭੁਲੇਖਾ ਪਾਉਣ ਦੀ ਗੱਲ ਕੀਤੀ ਆ ਵੀ ਉਹਨੇ ਪਹਿਲਾਂ ਚਿੱਠੀਆਂ ਲਿਖੀਆਂ ਪੰਜਾਬ ਦੇ ਲੋਕਾਂ ਨੂੰ, ਅਸੀਂ ਤਾਂ ਇੱਥੇ ਆ। ਉਹਨੇ ਇੱਕ ਕਿਤਾਬਚਾ ਲਿਖਿਆ ਜਿਹ 'ਚ ਉਹਨੇ ਲਿਖਿਆ ਕਿ ਮੈਂ ਦਿੱਲੀ ਦੇ ਕਾਤਲਾਂ ਨੂੰ ਸਜ਼ਾਵਾਂ ਦਵਾਈਆਂ, ਮੈਂ ਕਰਤਾਰਪੁਰ ਦਾ ਲਾਂਘਾ ਖੁਲਾਇਆ। ਫਿਰ ਉਹ ਚਲੇ ਗਿਆ ਗੁਰਦੁਆਰਾ ਸਾਹਿਬ। ਉਹ ਇੱਕ ਭੁਲੇਖਾ ਪਾ ਰਿਹਾ ਕਿ ਇਹ ਖਨਿਸ਼ ਐਜੀਟੇਸ਼ਨ ਜਿਹੜਾ ਇਹ ਪੰਜਾਬ ਦੇ ਲੋਕਾਂ ਨੇ ਤੇ ਸਿੱਖਾਂ ਨੇ ਸ਼ੁਰੂ ਕੀਤਾ। ਮੈਂ ਉਹਨੂੰ ਦੱਸ ਦੇਣਾ ਚਾਹਣਾ, ਮੋਦੀ ਜੀ ਇਹ ਠੀਕ ਹੈ ਕਿ ਪੰਜਾਬ ਤੋਂ ਸ਼ੁਰੂ ਹੋਇਆ। ਪੰਜਾਬ 'ਚ ਸ਼ੁਰੂ ਕਰਨ ਤੋਂ ਪਹਿਲਾਂ ਵੀ ਅਸੀਂ ਖੱਬੇ ਸੱਜੇ ਪਾਰਟੀਆਂ ਜਿਹੜੀਆਂ ਸੀ ਉਹ ਸਾਰੀਆਂ ਇਕੱਠੀਆਂ, ਤੇ ਫਿਰ ਉਹਦੇ ਵਿੱਚ ਸਾਡੇ ਹਿੰਦੂ ਵੀਰ ਵੀ ਸਾਡੇ ਨਾਲ ਸਨ, ਈਸਾਈ ਸਾਡੇ, ਮੁਸਲਮਾਨ ਸਾਡੇ, ਪੰਜਾਬ ਤੋਂ ਵੀ ਚੱਲੇ। ਅਸੀਂ ਪੰਜਾਬ ਤੋਂ ਚੱਲ ਕੇ ਦਿੱਲੀ ਬਾਰਡਰ ਤੇ ਆ ਗਏ ਹਾਂ। ਅੱਜ ਦਿੱਲੀ ਬਾਰਡਰ ਦੇ ਉੱਤੇ ਇਹ ਦੇਖੋ ਸਾਰੇ ਲੋਕ ਜਿਹੜੇ ਨੇ ਉਹ ਸਾਡੇ ਨਾਲ ਨੇ, ਪੂਰੇ ਭਾਰਤ ਦੇ ਸਮੁੱਚਾ ਕਿਸਾਨ ਵਰਗ, ਮੁਲਾਜ਼ਮ, ਮਜ਼ਦੂਰ, ਵਪਾਰੀ, ਹਰ ਵਰਗ, ਜਿਹੜੇ ਵਕੀਲ, ਜੱਜ, ਉਹ ਸਾਡੇ ਨਾਲ ਹੈਗੇ। ਇਹਨੂੰ ਧਰਮਾ ਗਿਆ ਜੇ ਤੂੰ ਇਹ ਗੱਲ ਕਵੇਂ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਭੁਲੇਖਾ ਪਾ ਕੇ ਤੇ ਇਹ ਜਿਹੜਾ ਕਰਾਂਗਾ, ਇਹ ਜਿਹੜਾ ਸੰਘਰਸ਼ ਹੈ ਇਹ ਹੁਣ ਪੰਜਾਬ ਦਾ ਨਹੀਂ ਰਿਹਾ, ਇਹ ਸਿੱਖਾਂ ਦਾ ਨਹੀਂ, ਨਾ ਸਿੱਖਾਂ ਨੇ ਸ਼ੁਰੂ ਕੀਤਾ ਸੀ, ਇਹ ਕੇਵਲ ਪੰਜਾਬ ਦਾ ਹੈ। ਪਰ ਇੱਥੇ ਗੱਲ ਮੈਂ ਕਰਨੀ ਬੜੀ ਜ਼ਰੂਰੀ ਸਮਝਾਂਗਾ। ਬੈਠੇ ਨੇ ਮੇਰੇ ਬਹੁਤ ਸਤਿਕਾਰਯੋਗ ਸਰਦਾਰ ਰੁਲਦੂ ਸਿੰਘ ਜੀ, ਹਰਮੀਤ ਸਿੰਘ ਜੀ, ਜਿਹੜੇ ਕਿ ਸਾਨੂੰ ਉਹ ਦੱਸਦੇ ਨੇ ਵੀ ਅਸੀਂ ਤੀੜੀ ਪੀੜ੍ਹੀ 'ਚ ਹਾਂ। ਹਾਂਜੀ, ਸਾਡੀ ਤੀਜੀ ਪੀੜ੍ਹੀ 'ਚ ਨੇ, ਕਿਉਂਕਿ ਸਾਡੀ 80 ਸਾਲ ਦੀ ਉਮਰ ਹੈ। ਵਾਕਈ ਤੀਜੀ ਪੀੜ੍ਹੀ 'ਚ ਨੇ। ਸਾਨੂੰ ਇਹਨਾਂ ਤੇ ਫਕਰ ਆ, ਮਾਣ ਆ। ਹੁਣ ਰਾਤ ਨੂੰ ਤੁਸੀਂ ਵੇਖ ਲਓ, ਆ ਤੁਸੀਂ ਗਿਣਤੀ ਵੇਖੋ, ਇੱਥੇ ਅਸੀਂ 2 ਜਣੇ ਹੀ ਆ, ਮੈਂ ਤੇ ਰੁਲਦਾ ਸਿੰਘ, ਬਾਕੀ ਆ ਸਾਰੇ ਨੌਜਵਾਨ ਨੇ ਨਾ। ਇਹ ਕਿੰਨੀ ਗਿਣਤੀ 'ਚ ਨੇ? ਅਰਬ 3 ਆ ਗਏ, 3 ਆ ਗਏ। ਸੋ ਇਹ 3 ਆ ਗਏ ਅਸੀਂ, ਤੇ ਬਾਕੀ ਕਿੰਨੇ ਨੇ? ਰਾਤ ਨੂੰ ਜਦੋਂ 200-250 ਮੁੰਡਾ ਮੇਰੇ ਨਾਲ ਨਿਕਲਦਾ, ਸਾਰੇ ਨੌਜਵਾਨ, ਉਸ ਤੋਂ ਬਾਅਦ ਅੱਗੇ ਤੋਂ ਅੱਗੇ, ਇਹ ਸਾਰੇ ਨੇ ਨੌਜਵਾਨ ਨੇ। ਪਰ ਇਹਦੇ ਵਿੱਚ ਇੱਕ ਗੱਲ ਬੜੀ ਵਿਚਾਰਨ ਵਾਲੀ ਆ ਕਿ ਜਿਹੜੀ ਇਹ ਚੀਜ਼ ਸੋਚ ਰਿਹਾ ਨਾ ਕਿ ਅਸੀਂ ਇਹ ਸੰਘਰਸ਼ ਨੂੰ ਫੇਲ ਕਰਨ ਵਾਸਤੇ ਜਿਹੜਾ ਉਹ ਤਰ੍ਹਾਂ ਦੇ ਸਟੈਂਟ ਜਿਹੜੇ ਇਹਨਾਂ ਨੇ ਪਿਛਲੇ ਕੀਤੇ ਨੇ, ਜਿਵੇਂ ਕਿ ਲੜਕੀਆਂ ਭੇਜੀਆਂ, ਲੜਕੇ ਭੇਜੇ, ਉਹ ਬਹੁਤ ਕੁਝ ਕੀਤਾ ਇਹਨਾਂ ਨੇ। ਤੇ ਹੁਣ ਇਹਨਾਂ ਨੇ ਇਹ ਡਰਾਮਾ ਕਰਨਾ ਸ਼ੁਰੂ ਕਰਤਾ। ਜਿਸ ਤਰ੍ਹਾਂ ਪਹਿਲਾਂ ਰਾਮ ਦੇ ਆਪਣਾ ਮੰਦਿਰ ਦੇ ਨਾਂ ਦੇ ਉੱਤੇ ਗੱਲ ਕੀਤੀ। ਸਰਕਾਰਾਂ ਦਾ ਕੰਮ ਨਹੀਂ। ਅਸੀਂ ਨਾ ਤਾਂ ਹਿੰਦੂ ਵਿਰੋਧੀ ਹਾਂ, ਨਾ ਮੁਸਲਿਮ ਵਿਰੋਧੀ ਹਾਂ, ਨਾ ਅਸੀਂ ਈਸਾਈ ਵਿਰੋਧੀ ਹਾਂ, ਨਾ ਅਸੀਂ ਜੈਨੀ, ਨਾ ਕੁਛ। ਕੇਵਲ ਇੱਥੇ ਜਿਹੜੇ ਅਸੀਂ ਲੜਾਈ ਲੜ ਰਹੇ ਹਾਂ ਕੇਵਲ ਕਿਸਾਨ ਹੈ, ਸਾਰੇ ਧਰਮਾਂ ਨਾਲ ਸੰਬੰਧਿਤ ਹਾਂ। ਪਰ ਜਿਹੜਾ ਇਸ ਤਰ੍ਹਾਂ ਦਾ ਉਹ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਨਾ, ਤਾਂ ਮੈਂ ਮੋਦੀ ਜੀ ਨੂੰ ਇੱਕੋ ਹੀ ਸਲਾਹ ਦਊਂਗਾ ਕਿ ਮੋਦੀ ਜੀ ਤੁਸੀਂ ਹੁਣ ਤੱਕ ਬਹੁਤ ਸਟੰਟਬਾਜ਼ੀਆਂ ਕਰ ਲਈਆਂ, ਲੜਕੇ ਭੇਜ ਲਏ, ਲੜਕੀਆਂ ਭੇਜ ਲਈਆਂ। ਤੁਸੀਂ ਉਹ ਜਿਹੜੀ ਗਲਤ ਭਾਵਨਾ ਸੀ ਤੁਹਾਡੀ, ਜਿਸ ਤਰ੍ਹਾਂ ਤੁਸੀਂ ਹਰਿਆਣੇ ਜਾਟ ਅੰਦੋਲਨ ਫੇਲ ਕਰਨ ਵਾਸਤੇ ਸਾਜ਼ਿਸ਼ਾਂ ਰਚੀਆਂ, ਤੁਹਾਡੀਆਂ ਸਾਰੀਆਂ ਏਜੰਸੀਆਂ ਫਿਰ ਇੱਥੋਂ ਦੇ ਨੌਜਵਾਨਾਂ ਨੇ, ਮੇਰੇ ਵਰਗੇ ਬੁੱਢਿਆਂ ਨੇ ਕਰਤੀਆਂ। ਠੀਕ ਹੈ, ਸਾਰੀ ਏਜੰਸੀਆਂ ਫੇਲ ਹੋ ਗਈਆਂ। ਤੁਹਾਡੇ ਤੋਂ ਪ੍ਰੇਮ ਜੀ ਜਵਾਬ ਲਵਾਂਗੇ। ਇਹਨਾਂ ਨੇ ਗੱਲ ਕਹੀ ਕਿ ਨਵੇਂ, ਹਾਂਜੀ, ਇਹਨਾਂ ਨੇ ਗੱਲ ਕਹੀ ਕਿ ਨਵੇਂ ਪੈਂਤੜੇ ਖੇਡੇ ਗਏ ਵਾਰ-ਵਾਰ। ਇੱਕ ਪੈਂਤੜਾ SYL ਦਾ ਦੁਬਾਰਾ ਸ਼ੁਰੂ ਹੋ ਗਿਆ। ਉਹ ਕੱਲ ਤੁਸੀਂ ਦੇਖਿਆ ਹੋਣਾ, ਹਰਿਆਣੇ ਦੇ ਵਿੱਚ ਕੁਝ ਕੁ ਲੋਕਾਂ ਨੇ ਧਰਨਾ ਲਾਇਆ ਤੇ ਬਾਅਦ ਚ ਕਿਸਾਨਾਂ ਨੇ ਵਿਰੋਧ ਕੀਤਾ ਉੱਥੇ। SYL ਦਾ ਮੁੱਦਾ ਲੱਗਦਾ ਆ ਕਿ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੀ आपस में पानी को लेके कोई टसल है? ये इनका क्रिएट किया हुआ मसला है। ये SYL का मसला तो हमारा जो है, हम तो हरियाणा पंजाब तो पहले एक ही था, और पानी जो है, पानी का जो मसला है कोई मना नहीं करेगा। हम तो, हमारा साझा है, हम साझा बैठ के कभी भी हल कर लेंगे। सबसे बड़ा मसला है हमारी ज़मीन तो बचे, ज़मीन ही अगर हमारी नहीं बचती है तो SYL का मुद्दा हम कहाँ उठाएंगे? कौन सी ज़मीन में जाएगा? आकाश में SYL होगा? ये बीजेपी कोई भी हथकंडे अपना ले। अरे हमने वोट दिया है, देश ने वोट दिया है, बीजेपी को जिताया है, केंद्र में जिताया है। मोदी होश में आ जाओ। अगर मोदी होश में नहीं आएगा तो जनता इनको जैसे दूध में से मक्खी निकाल के फेंक देते हैं, ऐसे इनको फेंक दिया जाएगा। कूड़े की टोकरी में भी नहीं, जमीन पे फेंक दिया जाएगा। रोन दिए जाओगे आप, आपको पूछने वाला कोई नहीं होगा। सो बड़े वड्डी ललकार, बड़ी वड्डी चेतावनियां सामने आ रही ने। पर हुण देखना यह है कि जेकर प्रधानमंत्री नरेंद्र मोदी कहते हैं कि असीं किसानां नाल गलबात करन नूं तैयार हैं, हर मंग मनण नूं तैयार हैं, वो भी हथ जोड़ के, तो देखना है कि हथ जोड़ के किहड़ियां मंगां मनदे ने, किहड़ियां गल्लां ओह करदे ने, ते किस तरीके दे नाल जिहड़ा कि ओह या संघर्ष समाप्त हुंदा है या संघर्ष अगे चलदा है। मैं सुरखाब अपने सहयोगी सुखविंदर दे नाल रोजाना स्पोक्समैन कुंडली बाटर दिल्ली।